कि गुरबाणी पढ़न दे भी कुछ नियम ने। जे किसी ने अखंड पाठ साहब आरंभ करना है ਜਾਂ सहज पाठ आरंभ करना है, अखंड संपट आरंभ करना है, फिर कह लो ਜਾਂ सहज संपट आरंभ करना है, ये ਵੱਖ-ਵੱਖ ਇਹਦੇ ਨੇਮ ਜਿਹੜੇ ਪੰਥ ਨੇ ਬੰਨੇ ਹੋਏ ਨੇ। ਜਦੋਂ ਉਹ ਪੰਥ ਦੀਆਂ ਸਰਮੌਰ ਜਥੇਬੰਦੀਆਂ ਦੇ ਵਿੱਚ ਰਹਿ ਕੇ ਸੰਗਤ ਜੀ ਕੁਝ ਆਪਾਂ ਸਿੱਖਣ ਦਾ ਯਤਨ ਕਰਾਂਗੇ, ਫਿਰ ਉੱਥੋਂ ਸਾਰੀਆਂ ਇਹ ਜੁਗਤੀਆਂ ਕਿਸ ਤਰੀਕੇ ਦੇ ਨਾਲ ਇਹਨਾਂ ਨਿਯਮਾਂ ਨੂੰ ਨਿਭਾਉਣਾ ਹੈ ਉਹਦੇ ਬਾਰੇ ਸਾਨੂੰ ਪਤਾ ਚੱਲਦਾ। ਹੁਣ ਆਮ ਨਗਰਾਂ ਦੇ ਵਿੱਚ ਸੰਗਤ ਜੀ ਕੀ ਹੋ ਰਿਹਾ, ਕੁਝ ਆਪੋ ਆਪਣੇ ਜਿਹੜੇ ਕੁਝ ਨਿਯਮ ਨੇ ਉਹ ਧਾਰਨ ਕਰ ਲਏ। ਉਹ ਕਹਿੰਦੇ ਨੇ ਕਿ ਸਾਡੇ ਤੇ ਮਹਾਂਪੁਰਖ ਜਿਹੜੇ ਉਹ ਇੱਦਾਂ ਕਰਾਉਂਦੇ ਨੇ ਪਾਠ, ਸਾਡੇ ਜਿਹੜੇ ਮਹਾਂਪੁਰਖ ਨੇ ਉਹ ਤੇ ਇੱਦਾਂ ਕਰਵਾਉਂਦੇ। ਹੁਣ ਜਦੋਂ ਸੰਗਤ ਜੀ ਕਲਗੀਧਰ ਮਹਾਰਾਜ ਜੀ ਨੇ ਇੱਥੇ ਦਮਦਮੇ ਦੀ ਧਰਤੀ ਤੇ ਇਹ ਪਾਵਨ ਬਾਣੀ ਨੂੰ ਕੰਠੋਂ ਉਚਾਰਨ ਕਰਕੇ ਸਿੱਖਾਂ ਨੂੰ ਨਿਯਮਬੰਧ ਕੀਤਾ ਸੀ, ਕੁਝ ਰਹਿਤਨਾਮੇ ਦ੍ਰਿੜ ਕਰਵਾਏ, ਉਸ ਸਮੇਂ ਫਿਰ ਇਹ ਗੁਰਬਾਣੀ ਨੂੰ ਪੜ੍ਹਨ ਦਾ ਤਰੀਕਾ, ਇਹਦੇ ਨਿਯਮ ਉਹ ਵੀ ਸਮਝਾਏ ਸਨ, ਕਿਹੜੇ ਢੰਗ ਦੇ ਨਾਲ ਇਹ ਸਾਰਾ ਕੁਝ ਨਿਯਮ ਨਿਭਾਉਣਾ ਹੈ। ਹੁਣ ਕੱਲਾ ਕੱਲਾ ਮਹਾਰਾਜ ਜੀ ਨੇ ਇਹ ਤਾਂ ਨਹੀਂ ਜਾ ਕੇ ਕਿਸੇ ਨੂੰ ਕਿਹਾ ਕਿ ਮਹਾਂਪੁਰਖੋ ਤੁਸੀਂ ਇੱਦਾਂ ਕਰ ਲਿਓ, ਮੈਂ ਬਾਬਾ ਦੀਪ ਸਿੰਘ ਨੂੰ ਇੱਦਾਂ ਕਹਿ ਦਿੱਤਾ ਹੈ, ਭਾਈ ਮਣੀ ਸਿੰਘ ਨੂੰ ਮੈਂ ਤੇ ਇੱਦਾਂ ਕਿਹਾ, ਪਰ ਤੁਸੀਂ ਥੋੜ੍ਹਾ ਜਿਹਾ ਇੱਦਾਂ ਵੱਖਰੇ ਹੋ ਕੇ ਚੱਲ ਪਿਓ। ਇਹ ਤੇ ਨਹੀਂ ਕਿਤੇ ਸੰਗਤ ਜੀ ਗੱਲਾਂ ਪੜ੍ਹਨ ਵਿੱਚ ਆਉਂਦੀਆਂ। ਫਿਰ ਆਪੋ ਆਪਣੀ ਮਰਜ਼ੀ ਦੇ ਨਾਲ ਕਿੱਦਾਂ ਫਿਰ ਉਹ ਮਹਾਂਪੁਰਖਾਂ ਨੇ ਇਹ ਨਿਯਮਾਂ ਨੂੰ ਨਿਭਾਉਣਾ ਸ਼ੁਰੂ ਕਰ ਦਿੱਤਾ। ਜੋ ਕਲਗੀਧਰ ਮਹਾਰਾਜ ਜੀ ਵੱਲੋਂ ਚਲਾਈ ਹੋਈ ਸੰਗਤ ਜੀ ਟਕਸਾਲ ਹੈ, ਉਹਦੇ ਅੰਦਰ ਜਿਹੜੇ ਕੁਝ ਨਿਯਮਬੰਧ ਮਹਾਰਾਜ ਜੀ ਨੇ ਉਸ ਸਮੇਂ ਕਰਵਾਏ ਸਨ, ਦੱਸਿਆ ਸੀ ਨਿਯਮਾਂ ਬਾਰੇ, ਫਿਰ ਸਾਡਾ ਫਰਜ਼ ਬਣਦਾ ਕਿ ਉਸੇ ਆਛੇ ਅਨੁਸਾਰ ਹੀ ਚੱਲਿਆ ਜਾਵੇ। ਆਪ ਹੀ ਸੰਗਤ ਜੀ ਮਹਾਂਪੁਰਖ ਬਣ ਕੇ ਤੇ ਆਪ ਹੀ ਫਿਰ ਆਪਣੀ ਮਰਜ਼ੀ ਦੇ ਨਾਲ ਹੀ ਆਪਣੇ ਨਿਯਮ ਬਣਾ ਲੈਣੇ। ਅਸਲ ਦੇ ਵਿੱਚ ਇਹ ਕਹਾਣੀ ਕੀ ਹੈ ਕਿ ਅਸੀਂ ਵੱਖਰੇ ਤਰੀਕੇ ਦੇ ਨਾਲ ਕਰਾਂਗੇ ਤੇ ਲੋਕ ਸਾਡੀ ਸੰਪਰਦਾ ਨੂੰ ਵੱਖਰਾ ਕਹਿਣਗੇ। ਇਹ ਹੰਕਾਰ ਦਾ ਕੰਡਾ ਸਾਰਿਆਂ ਦੇ ਗਲੇ ਦੇ ਵਿੱਚ ਸੰਗਤ ਜੀ ਅਟਕਿਆ ਹੋਇਆ ਹੈ। ਪਰ ਜਿਹਦੇ ਮਨ ਅੰਦਰ ਇਹ ਕਈ ਥਾਵਾਂ 'ਤੇ ਜਾਂਦੇ ਆ ਪ੍ਰਚਾਰ ਵਾਸਤੇ, ਉੱਥੇ ਵੀ ਕੁਝ ਕਹਿੰਦੇ ਲੋਕ ਸਾਡੇ ਤੇ ਆਖੇ ਜੀ ਇੱਦਾਂ ਪਾਠ ਹੁੰਦਾ ਹੈ, ਇੱਦਾਂ ਤੁਹਾਡੀ ਮਰਜ਼ੀ ਦੇ ਨਾਲ ਹੋਣਾ, ਇਹ ਤਾਂ ਗੁਰੂ ਵੱਲੋਂ ਜੋ ਨਿਯਮਬੰਧ ਸਾਨੂੰ ਕੀਤਾ ਗਿਆ ਉਹਦੇ ਅਨੁਸਾਰ ਹੀ ਕੀਤਾ ਜਾਵੇਗਾ ਨਾ। ਹੁਣ ਕੋਈ ਕਹੇ ਕਿ ਪੰਜ ਪਿਆਰੇ ਜਿਹੜੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦੇਣ, ਅਸੀਂ ਤੇ ਭਾਈ ਖੰਡ ਘੋਲ ਕੇ ਛਕਾਉਣਾ ਹੈ, ਮਰਜ਼ੀ ਥੋੜ੍ਹੀ ਚੱਲਣੀ ਕਿਸੇ ਦੀ। ਇਹ ਤੇ ਗੁਰੂ ਵੱਲੋਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਦਿੱਤੀਆਂ ਗਈਆਂ ਉਹਨਾਂ ਨੂੰ ਹੀ ਆਪਾਂ ਸੰਗਤ ਜੀ ਪੂਰਨ ਰੂਪ ਅੰਦਰ ਮੰਨਣਾ ਹੁੰਦਾ ਹੈ। ਕੋਈ ਕਹੇ ਕਿ ਮੈਂ ਤੇ ਪਲਾਸਟਿਕ ਦੇ ਬਾਟਿਆਂ ਦੇ ਵਿੱਚ ਅੰਮ੍ਰਿਤ ਤਿਆਰ ਕਰਨਾ, ਪੰਜ ਪਿਆਰੇ ਕਹਿਣ, ਫਿਰ ਉਹ ਗੁਰੂ ਦੇ ਦੱਸੇ ਮਾਰਗ 'ਤੇ ਚੱਲੇ ਕਿੱਦਾਂ ਹੋਣ। ਇਸ ਕਰਕੇ ਇਹ ਜਿਹੜੀਆਂ ਕੁਝ ਗੱਲਾਂ ਨੇ ਗੁਰੂ ਵੱਲੋਂ ਜਿਹੜੇ ਕੁਝ ਨਿਯਮ ਸਾਨੂੰ ਕੁਝ ਦੱਸੇ ਗਏ ਉਹਦੇ ਅਨੁਸਾਰ ਹੀ ਕੀਤੀਆਂ ਜਾਣ, ਇਹ ਕਰਮ ਕੀਤੇ ਜਾਣ ਤੇ ਸੋਭਨੀਕ ਹੁੰਦੇ ਨੇ। ਹੁਣ ਜਦੋਂ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਉਦੋਂ ਕੀ ਨਿਯਮ ਹੈ, ਥੋੜ੍ਹੀ ਜਿਹੀ ਵਿਚਾਰ ਕਰਕੇ ਆਪਾਂ ਗੁਰਬਾਣੀ ਦੇ ਲੜੀਵਾਰ ਜਿਹੜੀ ਕਥਾ ਹੈ ਉਹਦੀ ਵਿਆਖਿਆ ਸਰਵਣ ਕਰਨੀ ਹੈ। ਹੁਣ ਕਿਤੇ ਦੇਖੋ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ, ਉਹਦਾ ਨਿਯਮ ਕੀ ਹੈ। ਕੜਾ ਪ੍ਰਸ਼ਾਦ ਦੀ ਦੇਗ ਗੁਰੂ ਕੀ ਪਾਵਨ ਹਜ਼ੂਰੀ ਅੰਦਰ ਆ ਗਈ। ਆਨੰਦ ਸਾਹਿਬ ਜੀ ਦਾ ਪਾਠ ਭਾਵੇਂ ਉੱਚੀ ਬੋਲ ਕੇ ਕੀਤਾ ਜਾਵੇ, ਭਾਵੇਂ ਗੁਪਤ ਰੂਪ ਅੰਦਰ ਕਰ ਦਿਓ, ਪਰ ਹੋਣਾ 40 ਪੌੜੀਆਂ ਚਾਹੀਦਾ ਹੈ। 40 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋ ਗਿਆ। ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਨਿਯਮ ਅਨੁਸਾਰ ਉਹ ਵੀ ਬਣ ਕੇ ਗੁਰੂ ਕੀ ਹਜ਼ੂਰੀ ਅੰਦਰ ਪਹਿਲਾਂ ਪਹੁੰਚੇ। ਜਿਸ ਪਰਿਵਾਰ ਨੇ ਬੇਨਤੀ ਕਰਨੀ ਗੁਰੂ ਕੇ ਚਰਨਾਂ ਵਿੱਚ, ਭਾਵੇਂ ਕਿਸੇ ਦਾ ਘਰ ਹੈ ਤੇ ਭਾਵੇਂ ਗੁਰੂ ਘਰ ਦੇ ਵਿੱਚ ਹੈ,
ਗੁਰੂ ਅੱਗੇ ਆਣ ਕੇ ਬੇਨਤੀ ਕੀਤੀ, ਮਹਾਰਾਜ ਫਲਾਣੇ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਿਆ ਹੈ। ਸਾਰੀ ਅਰਦਾਸ ਬੇਨਤੀ ਦੱਸ ਕੇ ਗੁਰੂ ਕੇ ਪਾਸ ਫਿਰ ਨਾਲ ਹੀ ਸੰਗਤ ਜੀ ਇਹ ਸ਼ਬਦ ਵਰਤਣਾ ਕਿ ਮਹਾਰਾਜ ਮੁੱਖ ਵਾਕ ਬਖਸ਼ਿਸ਼ ਕਰਕੇ ਤੇ ਇੱਕ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ। ਹੁਣ ਫਤਿਹ ਬੁਲਾ ਦਿੱਤੀ, ਅਰਦਾਸ ਸੰਪੂਰਨ ਹੋਈ। ਆਣ ਕੇ ਗ੍ਰੰਥੀ ਸਿੰਘ ਨੇ ਮੁੱਖ ਵਾਕ ਲਿਆ। ਮੁੱਖ ਵਾਕ ਲੈ ਲਿਆ। ਮੁੱਖ ਵਾਕ ਤੋਂ ਬਾਅਦ ਸੰਗਤ ਜੀ ਫਿਰ ਫਤਿਹ ਨਹੀਂ ਬੁਲਾਈ ਜਾਂਦੀ, ਫਿਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਸਿੱਧਾ ਜਪਜੀ ਸਾਹਿਬ ਆਰੰਭ ਹੋ ਜਾਂਦਾ ਹੈ। ਫਿਰ ਗੁਰਬਾਣੀ ਆਦਿ ਤੋਂ ਮੱਧ ਭਾਗਾਂ ਵਿੱਚ ਪਹੁੰਚਦੀ ਹੈ। ਜਦੋਂ ਫਿਰ ਮੱਧ ਭਾਗ ਗੁਰਬਾਣੀ 705 ਅੰਕ 'ਤੇ ਸੰਗਤ ਜੀ ਇਹ ਮੱਧ ਦੀ ਅਰਦਾਸ ਕੀਤੀ ਜਾਂਦੀ, ਜਿੱਥੇ ਜੈਤਸਰੀ ਦੀ ਵਾਰ ਆਰੰਭ ਹੁੰਦੀ ਹੈ, ਸ਼ਲੋਕ ਆਦਿ ਪੂਰਨ ਮੱਧ ਪੂਰਨ। ਜਦੋਂ ਇਹ ਸ਼ਬਦ ਪੜ੍ਹਿਆ ਜਾਵੇ ਉਦੋਂ ਸੰਗਤ ਜੀ ਤੂੰ ਠਾਕੁਰ ਤੁਮ ਪਹਿ ਅਰਦਾਸ, ਇਹ ਸ਼ਬਦ ਜਿਹੜੇ ਵਰਤਣੇ ਚਾਹੀਦੇ ਨੇ। ਹੁਣ ਮੱਧ ਤੋਂ ਪਹਿਲਾਂ ਵੀ ਗੁਰੂ ਕੀ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਨਿਯਮ ਅਨੁਸਾਰ ਬਣ ਕੇ ਪਹੁੰਚਣੀ ਚਾਹੀਦੀ ਹੈ। ਉਦੋਂ ਵੀ 40 ਪੌੜੀਆਂ ਆਨੰਦ ਸਾਹਿਬ ਦਾ ਪਾਠ ਗੁਪਤ ਰੂਪ ਅੰਦਰ ਦੇਗ ਦੇ ਕੋਲ ਬਹਿ ਕੇ ਕੀਤਾ ਜਾਵੇ। ਅਰਦਾਸ ਬੇਨਤੀ ਹੋ ਗਈ ਮੱਧ ਦੀ, ਤੇ ਉਦੋਂ ਮੱਧ ਦੇ ਸਮੇਂ ਅਰਦਾਸ ਵਿੱਚ ਇਹ ਤਰਲਾ ਕਰਨਾ, ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਗੁਰਬਾਣੀ ਆਦਿ ਤੋਂ ਮੱਧ ਭਾਗਾਂ ਵਿੱਚ ਪਹੁੰਚੀ, ਤੇ ਇਹ ਮਹਾਰਾਜ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਇੰਨੀ ਕੁ ਬਾਣੀ ਦਾ ਜਾਪ ਜੋ ਹੋਇਆ ਹੈ, ਮੱਧ ਭਾਗਾਂ ਦੀ ਖੁਸ਼ੀ ਨੂੰ ਲੈ ਕੇ ਦੇਗ ਦੀ ਤਿਆਰੀ ਕੀਤੀ ਗਈ। ਮਹਾਰਾਜ ਆਪ ਹੀ ਤੁਸੀਂ ਸੰਪੂਰਨ ਭੋਗ ਵੀ ਪਵਾ ਲੈਣੇ, ਇਹ ਤਰਲਾ ਕਰਨਾ ਗੁਰੂ ਅੱਗੇ। ਫਿਰ ਭੋਗ ਲੱਗ ਗਿਆ, ਅਰਦਾਸ ਬੇਨਤੀ ਹੋ ਗਈ। ਚੱਲ ਰਹੇ ਗੁਰਬਾਣੀ ਪ੍ਰਵਾਹ ਦੇ ਵਿੱਚੋਂ ਮੁੱਖ ਵਾਕ ਲਏ ਗਏ, ਮੁੱਖ ਵਾਕ ਹੋਏ, ਫਿਰ ਦੇਗ ਵਰਤਾਈ ਗਈ। ਅੱਗੇ ਹੁਣ ਸੰਗਤ ਜੀ ਜਦੋਂ ਅਸੀਂ ਅਖੰਡ ਪਾਠ ਸਾਹਿਬ ਦਾ ਜਿੱਦਣ ਭੋਗ ਪੈਣਾ ਹੁੰਦਾ ਹੈ, ਤੀਸਰੇ ਦਿਨ ਜਦੋਂ 9ਵੇਂ ਪਾਤਸ਼ਾਹ ਜੀ ਦੇ ਸ਼ਲੋਕ ਵੈਰਾਗਮਈ ਜਿਹੜੀ ਬਾਣੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, ਜਿਹਨੂੰ ਦੋ ਪਾਠੀ ਰਲ ਕੇ ਬਹਿ ਕੇ ਐ ਪ੍ਰੇਮ ਸ਼ਰਧਾ ਦੇ ਨਾਲ ਪੜ੍ਹਦੇ ਨੇ, ਸੋਹਣੇ ਲਹਿਜੇ ਦੇ ਨਾਲ, ਤੇ ਉਹ ਬਾਣੀ ਦੇ ਜਾਪ ਤੋਂ ਪਹਿਲਾਂ ਹੀ ਕੜਾਹ ਪ੍ਰਸ਼ਾਦ ਦੀ ਦੇਗ ਗੁਰੂ ਕੀ ਹਜ਼ੂਰੀ ਅੰਦਰ ਆ ਜਾਣੀ ਚਾਹੀਦੀ ਹੈ। ਇਹ ਜੋ ਨਿਯਮ ਕਲਗੀਧਰ ਮਹਾਰਾਜ ਜੀ ਨੇ ਦੱਸੇ ਹੋਏ। ਹੁਣ ਦੇਗ ਦੀ ਤਿਆਰੀ ਕਰਕੇ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਲੈ ਆਂਦੀ, ਉਦੋਂ ਵੀ ਗੁਪਤ ਰੂਪ ਅੰਦਰ ਪਹਿਲਾਂ ਹੀ ਬਾਣੀ ਦਾ ਆਨੰਦ ਸਾਹਿਬ ਜੀ ਦਾ 40 ਪੌੜੀਆਂ ਜਾਪ ਹੋ ਜਾਵੇ। ਫਿਰ ਸੰਗਤ ਜੀ ਭੋਗ ਦੇ ਸ਼ਲੋਕਾਂ ਦੀ ਆਰੰਭਤਾ ਹੋ ਜਾਵੇ। ਦੋ ਪਾਠੀ ਬਹਿ ਕੇ ਪ੍ਰੇਮ ਸ਼ਰਧਾ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਵੈਰਾਗਮਈ ਬਾਣੀ ਨੂੰ ਉਚਾਰਨ ਕਰਨ। ਫਿਰ ਅੱਗੇ ਉਹ ਮੁੰਦਾਵਣੀ ਮਹੱਲਾ ਪੰਜਵਾ, ਸ਼ਲੋਕ ਮਹੱਲਾ ਪੰਜਵਾ, ਤੇਰਾ ਕੀਤਾ ਜਾਤੋ ਨਾਹੀ। ਅੱਗੇ ਸੰਗਤ ਜੀ ਰਾਗਮਾਲਾ ਆ ਗਈ। ਰਾਗਮਾਲਾ ਬਾਣੀ ਉਚਾਰਨ ਕਰਕੇ ਅਖੀਰੀ ਜਿਹੜੇ ਸ਼ਬਦ ਹੁੰਦੇ ਨੇ, ਖਸ਼ਟ ਰਾਗ ਉਨ ਗਾਏ ਸੰਗ ਰਾਗਨੀ ਤੀਸ, ਸਭੈ ਪੁੱਤਰ ਰਾਗਨ ਕੇ 18 10 20। ਇਹ ਸ਼ਬਦ ਉਚਾਰਨ ਕਰਕੇ ਤੇ ਫਿਰ ਫਤਿਹ ਨਹੀਂ ਬੁਲਾਉਣੀ, ਕਿਉਂਕਿ ਇਹਦਾ ਹਵਾਲਾ ਭਾਈ ਸੰਤੋਖ ਸਿੰਘ ਜੀ ਆਪਣੇ ਪਾਵਨ ਰਚਨਾ ਅੰਦਰ ਦੱਸਦੇ ਨੇ ਕਿ ਰਾਗਮਾਲ ਪੜ ਪ੍ਰੇਮ ਸਿਉ ਭੋਗ ਜਪਜੀ ਤੇ ਪਾਏ। ਰਾਗਮਾਲਾ ਪ੍ਰੇਮ ਦੇ ਨਾਲ, ਟਿਕਾ ਦੇ ਨਾਲ ਗੁਰਬਾਣੀ ਪੜ੍ਹ ਕੇ ਫਿਰ ਜਪਜੀ ਸਾਹਿਬ ਦਾ ਪਾਠ ਜੇ ਅਖੰਡ ਪਾਠ ਸਾਹਿਬ ਹੈ, ਫਤਿਹ ਬੁਲਾਉਣ ਤੋਂ ਬਿਨਾਂ ਹੀ ਸੰਗਤ ਜੀ ਇੱਕ ਓੰਕਾਰ ਫਿਰ ਸ਼ੁਰੂ ਕਰ ਦੇਣਾ ਹੈ। ਉਹ ਜਿਹੜੀ ਬਾਣੀ ਆਰੰਭ ਕਰ ਦੇਣੀ ਜਪਜੀ ਸਾਹਿਬ ਦੀ, ਤੇ ਸੰਪੂਰਨ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਫਿਰ ਜਦੋਂ ਸ਼ਲੋਕ ਆ ਗਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਅਖੀਰੀ ਜਿਹੜੇ ਸ਼ਬਦ ਪੜ੍ਹੇ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ 2 ਵਾਰ ਸ਼ਬਦ ਉਚਾਰਨ ਕਰਕੇ
फिर सदा संगत जी तू ठाकुर तुम पहे अरदास, ये शब्द ਜਿਹੜੇ ਵਰਤਨੇ ਨੇ। ਕਈ ਇੱਥੇ ਤੂੰ ਨੂੰ ਤੁਮ ਕਹੀ ਜਾਂਦੇ, ਤੁਮ ਠਾਕੁਰ ਤੁਮ ਪਹੇ ਅਰਦਾਸ। ਉੱਥੇ ਸੁਖਮਨੀ ਸਾਹਿਬ ਅੰਦਰ ਇਹ ਪੰਕਤੀ ਲਿਖੀ ਹੋਈ ਹੈ, ਜਿਹਦੇ ਅੰਦਰ ਮਹਾਰਾਜ ਦੱਸਦੇ ਤੂੰ ਠਾਕੁਰ ਤੁਮ ਪਹੇ ਅਰਦਾਸ। ਇਹ ਜਿਹੜਾ ਸ਼ਬਦ ਵਰਤਣਾ ਹੈ, ਫਤਿਹ ਫੇਰ ਨਹੀਂ ਬੁਲਾਈ ਜਾਣੀ। ਅਰਦਾਸ ਆਰੰਭ ਹੋ ਗਈ, ਫਿਰ ਭੌਂ ਕੇ ਅਰਦਾਸ ਦੇ ਵਿੱਚ ਹੀ ਫਤਿਹ ਬੁਲਾਈ ਜਾਵੇਗੀ। ਕਿਉਂਕਿ ਜਦੋਂ ਆਪਾਂ ਪਾਠ ਦੀ ਆਰੰਭਤਾ ਕੀਤੀ, ਉਦੋਂ ਗੁਰੂ ਕੇ ਚਰਨਾਂ ਪਾਸ ਇਹ ਬੇਨਤੀ ਕੀਤੀ ਸੀ ਕਿ ਮਹਾਰਾਜ ਅਖੰਡ ਪਾਠ ਸਾਹਿਬ ਆਰੰਭ ਕਰਨਾ। ਅਖੰਡ ਕਿਹਨੂੰ ਕਹਿੰਦੇ ਨੇ? ਖੰਡਣ ਤੋਂ ਰਹਿਤ, ਜਿਹਦੇ ਵਿੱਚ ਕਿਸੇ ਤਰ੍ਹਾਂ ਵੀ ਕੋਈ ਹਿੱਸਾ ਨਾ ਕੀਤਾ ਜਾਵੇ, ਜਿਹਨੂੰ ਕੱਟਿਆ ਨਾ ਜਾਵੇ। ਜਦੋਂ ਥਾਂ ਥਾਂ 'ਤੇ ਆਪਾਂ ਫਤਿਹ ਬੁਲਾ ਦਿੱਤੀ, ਉਹ ਅਖੰਡ ਨਹੀਂ ਰਿਹਾ, ਫਿਰ ਅਖੰਡ ਪਾਠ ਸਾਹਿਬ ਨਹੀਂ ਰਿਹਾ, ਉਹ ਤਾਂ ਪਹਿਲਾਂ ਹੀ ਆਪਾਂ ਖੰਡਨ ਕਰੀ ਗਏ। ਕਈ ਫਿਰ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ। ਆਮ ਜਿਹੜੇ ਕੁਝ ਪਾਠੀ ਨੇ ਉਹ ਜਿੱਦ ਕਰੀ ਜਾਂਦੇ। ਕਿਉਂ ਜਿੱਦ ਕਰਦੇ ਨੇ? ਅਖੰਡ ਜਿਹੜਾ ਸ਼ਬਦ ਇਹਦੇ ਅਰਥਾਂ ਨੂੰ ਨਹੀਂ ਜਾਣਦੇ। ਅਖੰਡ ਕਿਹਨੂੰ ਕਹਿੰਦੇ ਨੇ? ਭਾਵ ਕਿ ਜਿਹੜਾ ਕਟਿਆ ਨਾ ਜਾਵੇ ਕਿਤਿਓਂ ਵੀ, ਉਹਨੂੰ ਅਖੰਡ ਆਖਦੇ। ਇੱਦਾਂ ਫਿਰ ਜਪਜੀ ਸਾਹਿਬ ਤੋਂ ਸੰਗਤ ਜੀ ਮੁੱਖ ਵਾਕ ਲੈ ਕੇ ਆਰੰਭਤਾ ਤੋਂ ਫਤਿਹ ਨਹੀਂ ਬੁਲਾਉਣੀ। ਜਪਜੀ ਸਾਹਿਬ ਆਰੰਭ ਕਰ ਦਿੱਤਾ, ਮੱਧ ਦੀ ਅਰਦਾਸ ਹੋਈ, ਫਿਰ ਰਾਗਮਾਲਾ ਪੜ੍ਹੀ ਗਈ, ਫਿਰ ਜਪਜੀ ਸਾਹਿਬ ਪੜ੍ਹਿਆ। ਹਾਂ ਜੇ ਮਰਗ ਦਾ ਪ੍ਰੋਗਰਾਮ ਹੈ ਕਿਸੇ ਦਾ, ਫਿਰ ਉਹ ਰਾਗਮਾਲਾ ਤੋਂ ਬਾਅਦ ਰਾਮਕਲੀ ਸਾਧ ਉਹ ਪੜ੍ਹਿਆ ਜਾਂਦਾ, ਫਿਰ ਨਹੀਂ ਫਤਿਹ ਬੁਲਾਈ ਜਾਂਦੀ। ਉਸ ਸਮੇਂ ਜਪਜੀ ਸਾਹਿਬ ਨਹੀਂ ਪੜ੍ਹਿਆ ਜਾਂਦਾ। ਉਸ ਸਮੇਂ ਫਿਰ ਉਹ ਰਾਮਕਲੀ ਸਾਧ ਪੜ੍ਹ ਕੇ ਅਰਦਾਸ ਸਿੱਧੀ ਸ਼ੁਰੂ ਕੀਤੀ ਜਾਂਦੀ। ਭਾਵ ਇਹ ਕਹਿ ਲਓ ਕਿ ਅਰਦਾਸ ਤੋਂ ਫਤਿਹ ਸ਼ੁਰੂ ਕਰਕੇ ਪਾਉਂ ਕੇ ਫਿਰ ਅਰਦਾਸ ਦੇ ਵਿੱਚ ਹੀ ਸੰਪੂਰਨਤਾ 'ਤੇ ਬੁਲਾਈ ਜਾਵੇਗੀ ਫਤਿਹ, ਪਹਿਲਾਂ ਕਿਤੇ ਨਹੀਂ ਬੁਲਾਈ ਜਾਣੀ। ਇਹ ਅਖੰਡ ਪਾਠ ਸਾਹਿਬ ਦੀ ਮਰਿਆਦਾ ਹੈ। ਕਈ ਲੋਕ ਆਖਦੇ ਨੇ ਕਿ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਹੈ, ਜਪਜੀ ਸਾਹਿਬ ਪੜ੍ਹਿਆ ਅਤੇ 6 ਪੌੜੀਆਂ ਆਨੰਦ ਸਾਹਿਬ ਦੀ ਲੋੜ ਹੁੰਦੀ ਹੈ। ਹੁਣ ਸਾਨੂੰ ਇਹ ਜਿਹੜੀ ਕੁੰਡੀ ਦਾ ਵੀ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਉਹ 6 ਪੌੜੀਆਂ ਕਿੱਥੇ ਪੜ੍ਹੀਆਂ ਜਾਂਦੀਆਂ ਨੇ। ਜਿਹੜਾ ਅਖੰਡ ਪਾਠ ਸਾਹਿਬ ਦਾ ਨਿਯਮ, ਇਹ ਤਾਂ ਸੰਪੂਰਨ ਆਨੰਦ ਸਾਹਿਬ ਜੀ ਦਾ ਹੀ ਨਿਯਮ ਹੈ ਕਿ ਉਹ ਪੜ੍ਹੀ ਜਾਵੇ ਬਾਣੀ ਦੇਗ ਦੇ ਕੋਲ। ਹੁਣ ਜਿਹੜੀਆਂ 6 ਪੌੜੀਆਂ ਦਾ ਨਿਯਮ, ਆਪਾਂ ਥੋੜ੍ਹਾ ਜਿਹਾ ਇਹਦੇ ਵੱਲ ਝਾਤੀ ਮਾਰੀਏ। ਜਦੋਂ ਹੁਣ ਖੁੱਲ੍ਹੇ ਪੰਡਾਲਾਂ ਦੇ ਵਿੱਚ ਦੀਵਾਨ ਸੱਜੇ, ਜਾਂ ਕਹਿ ਲਓ ਅਖੰਡ ਪਾਠ ਸਾਹਿਬ ਹੋਏ, ਅਰਦਾਸ ਬੇਨਤੀ ਕੀਤੀ। ਹੁਣ ਕਈ ਇਹ ਕੀ ਕਰਦੇ ਨੇ ਕਿ ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪੈ ਗਏ, ਜਪਜੀ ਸਾਹਿਬ ਪੜ੍ਹਦੇ ਆ, ਫਤਿਹ ਬੁਲਾ ਦਿੱਤੀ ਅਤੇ ਨਾਲ ਹੀ ਕੀਰਤਨ ਕਥਾ ਸ਼ੁਰੂ ਕਰ ਦਿੱਤੀ। ਇਹ ਉਦੋਂ ਹੀ ਸੰਗਤ ਜੀ ਸਾਰਾ ਕੁਝ ਮਲੀਆ ਮੇਟ ਕਰ ਦਿੰਦੇ ਨੇ। ਇਹ ਜਿਹੜਾ ਨਿਯਮ ਨਹੀਂ ਹੈ ਅਖੰਡ ਪਾਠ ਸਾਹਿਬ ਦਾ। ਵੱਡੇ ਵੱਡੇ ਅਸਥਾਨਾਂ 'ਤੇ ਇਹ ਕੁਝ ਘੋਰ ਜਿਹੜਾ ਕੰਮ ਹੁੰਦਾ ਜਾ ਰਿਹਾ। ਨਹੀਂ ਸਮਝਦੇ ਲੋਕ। ਕੀ ਆਖਣਗੇ? ਸੰਗਤ ਨਹੀਂ ਆਖਿਆ ਜੀ ਟਿਕਦੀ ਜਦੋਂ ਅਰਦਾਸ ਕਰ। ਅਸੀਂ ਸੰਗਤ ਵੱਲ ਦੇਖਣਾ ਹੈ ਜਾਂ ਗੁਰੂ ਵੱਲ ਦੇਖਣਾ ਹੈ? ਜਿਸ ਪਰਿਵਾਰ ਨੇ ਅਖੰਡ ਪਾਠ ਸਾਹਿਬ ਕਰਵਾਇਆ ਹੈ, ਉਹਦੀ ਭਾਵਨਾ ਦੇਖਣੀ ਹੈ, ਉਹ ਗੁਰੂ ਅੱਗੇ ਕਿੱਦਾਂ ਤਰਲਾ ਕਰ ਰਹੇ ਹੈ। ਅਸੀਂ ਨਿਯਮ ਨੂੰ ਸੰਗਤ ਜੀ ਪਹਿਲਾਂ ਹੀ ਭੰਗ ਕਰ ਦਿੱਤਾ ਅਤੇ ਉਹ ਪਰਿਵਾਰ ਨੂੰ ਮਿਲਣਾ ਕੀ ਹੈ? ਅਤੇ ਨਾਲ ਹੀ ਫਿਰ ਕੀਰਤਨ ਕਥਾ ਸ਼ੁਰੂ ਕਰ ਦੇਣਗੇ। ਅਰਦਾਸ ਤੋਂ ਪਹਿਲਾਂ ਕੁਝ ਨਹੀਂ। ਅਰਦਾਸ ਕਰਕੇ ਮੁੱਖ ਵਾਕ ਲੈ ਕੇ ਅਰਦਾਸ ਵਿੱਚ ਇਹ ਵੀ ਸ਼ਬਦ ਵਰਤਣੇ, ਮਹਾਰਾਜ ਹੁਣ ਦੀਵਾਨ ਸਜਾਉਣ ਦੀ ਤੁਸੀਂ ਆਗਿਆ ਬਖਸ਼ੋ। ਹੁਣ ਜਿਹੜਾ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਹੈ, ਜਦੋਂ ਹੁਣ ਉਹ ਅਖੰਡ ਪਾਠ ਸਾਹਿਬ ਤੋਂ ਬਾਅਦ ਅਰਦਾਸ ਬੇਨਤੀ ਹੋਈ, ਕਥਾ ਕੀਰਤਨ, ਕੁਝ ਸਾਖੀਆਂ ਗੁਰੂ ਕੀਆਂ ਸੁਣਾਈਆਂ ਗਈਆਂ, ਉਹ ਦੀਵਾਨਾਂ ਦੀ ਸਮਾਪਤੀ 'ਤੇ 6 ਪੌੜੀਆਂ ਪੜ੍ਹੀਆਂ ਜਾਂਦੀਆਂ ਨੇ। ਇਹ ਨਹੀਂ ਕਿਤੇ ਸੰਗਤ ਜੀ ਲਿਖਿਆ ਕਿ ਆਨੰਦ ਸਾਹਿਬ ਦੀ ਬਾਣੀ ਜਿਹੜੀ 6 ਪੌੜੀਆਂ ਹੈ ਉਹ ਦੇਗ ਦੇ ਕੋਲ ਪੜ੍ਹਨੀ ਹੈ। ਇਹ ਤਾਂ ਆਪਾਂ ਆਪਣੇ ਸੌਖੇ, ਆਪਣੇ ਆਪ ਨੂੰ ਸੌਖਾ ਕਰਨ ਵਾਸਤੇ ਕਿ ਕਿਹੜਾ ਹੁਣ 40 ਪੌੜੀਆਂ ਪੜ੍ਹੇ ਜਿੱਥੇ 6 ਪੌੜੀਆਂ ਨਾ ਸਾਡੇ ਹਾ ਹੈ। ਆਮ ਜਿਹੜੇ ਲੋਕ ਨੇ ਫਿਰ ਇਹ ਸੰਗਤ ਜੀ ਗੱਲਾਂ ਮੰਨਦੇ ਵੀ ਨੇ। ਉਹਨਾਂ ਨੂੰ ਦੱਸੀਏ ਕਿ 40 ਪੌੜੀਆਂ ਇੱਥੇ ਜਾਪ ਹੋ ਗਏ, ਆਖੇ ਜੀ 6 ਪੌੜੀਆਂ ਚਾਹੀਦੀਆਂ ਸੀ। ਕਿਉਂ ਆਖਦੇ ਨੇ ਕਿ ਇਹ ਫਲਾਣੇ ਥਾਂ ਇਹ ਗੱਲਾਂ ਲਿਖੀਆਂ ਹੋਈਆਂ ਨੇ। ਜੇ ਲਿਖੀਆਂ ਵੀ ਹੋਈਆਂ, ਉਹਨੂੰ ਸਮਝਣ ਦਾ ਵੀ ਯਤਨ ਕਰੋ ਕਿ ਉਹ ਪੰਡਾਲਾਂ ਦੇ ਵਿੱਚ ਜਦੋਂ ਕਥਾ ਕਹਾਣੀਆਂ ਹੋ ਜਾਣ, ਉਸ ਸਮੇਂ ਅਰਦਾਸ ਤੋਂ ਪਹਿਲਾਂ 6 ਪੌੜੀਆਂ ਫਿਰ ਪੜ੍ਹੀਆਂ ਜਾਂਦੀਆਂ ਨੇ। ਇਹ ਨਿਯਮ ਹੈ 6 ਪੌੜੀਆਂ ਜਾਪ ਦਾ। ਜੇ ਉੱਥੇ ਵੀ 40 ਪੌੜੀਆਂ ਪੜ੍ਹੀਆਂ ਜਾਵੇ ਤਾਂ ਤਾਂ ਵੀ ਕੋਈ ਘਾਟਾ ਨਹੀਂ, ਪਰ ਚਲੋ 6 ਪੌੜੀਆਂ ਜਿਹੜੀਆਂ ਉਹ ਪੜ੍ਹੀਆਂ ਉਸ ਸਮੇਂ ਜਾਂਦੀਆਂ। ਇਹ
ਕੁਝ ਭਰਮ ਜਿਹਾ ਸਾਡੇ ਅੰਦਰ ਰਹਿ ਗਿਆ ਸੀ, ਸਾਨੂੰ ਪਤਾ ਨਹੀਂ ਸੀ ਕਦੋਂ ਇਹ 6 ਪੌੜੀਆਂ ਪੜ੍ਹਨੀਆਂ ਨੇ। ਆਪਾਂ ਫਿਰ ਜਦੋਂ ਅਖੰਡ ਪਾਠ ਸਾਹਿਬ ਹੋਇਆ ਉਦੋਂ ਵੀ ਦੇਗ ਦੇ ਕੋਲ 6 ਪੌੜੀਆਂ ਆਰੰਭ ਹੋਇਆ, ਮੱਧ ਦੀ ਅਰਦਾਸ ਆਈ ਉਦੋਂ ਵੀ 6 ਪੌੜੀਆਂ, ਸੰਪੂਰਨਤਾ ਦੀ ਅਰਦਾਸ ਹੋਣੀ ਹੈ ਉਦੋਂ ਵੀ ਦੇਗ ਦੇ ਕੋਲ 6 ਪੌੜੀਆਂ, ਬਸ ਆਪਣੇ ਸਮੇਂ ਨੂੰ ਬਚਾਉਣ ਵਾਸਤੇ। ਹੋਰ ਕੋਈ ਸੰਗਤ ਜੀ ਇਹਦੇ ਅੰਦਰ ਹੋਰ ਕਹਿ ਲਓ ਭੇਦ ਨਹੀਂ ਹੈ। ਜਿਹੜੇ ਕੁਝ ਆਮ ਲੋਕ ਨੇ ਆਪਣੇ ਸਮੇਂ ਨੂੰ ਬਚਾਉਣ ਵਾਸਤੇ ਕਿ ਕਿਹੜਾ ਹੁਣ 40 ਪੌੜੀਆਂ ਪੜ੍ਹੇ, ਅਤੇ ਨਾ ਸਾਨੂੰ ਫਿਰ ਸਮਝ ਆਉਂਦੀ। ਕਿਉਂ ਨਹੀਂ ਸਮਝ ਆਉਂਦੀ? ਨਾ ਅਸੀਂ ਸੰਗਤ ਜੀ ਆਪਣੇ ਗੁਰੂ ਕੇ ਇਤਿਹਾਸ ਨੂੰ ਪੜ੍ਹੀਏ, ਨਾ ਗੁਰੂ ਘਰ ਦੇ ਨਿਯਮਾਂ ਨੂੰ ਪੜ੍ਹੀਏ। ਮਿੰਟੋ ਮਿੰਟ ਆਪਣੀ ਪਦਵੀ 'ਤੇ ਲਾਉਣੀ ਚਾਹੁੰਦੇ ਪ੍ਰਧਾਨ ਵਾਲੀ, ਪਰ ਅਸਲ ਦੇ ਵਿੱਚ ਪ੍ਰਧਾਨ ਉਹ ਚਾਹੀਦਾ ਸੀ ਜਿਹਨੂੰ ਨਿਯਮ ਦਾ ਪਤਾ ਹੋਵੇ। ਗੁਰੂ ਘਰ ਦੇ ਮੈਂਬਰ ਉਹ ਚਾਹੀਦੇ ਨੇ ਨਿਯਮ ਦੇ ਵਿੱਚ ਜਿਹੜੇ ਪਾਬੰਦ ਹੋਣ, ਜਿਨ੍ਹਾਂ ਨੂੰ ਪਤਾ ਹੋਵੇ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਲਾਇਆ, ਇਹਦੀ ਕੀ ਮਹਾਨਤਾ ਹੈ, ਇਹ ਗੁਰੂ ਕੇ ਅੱਗੇ ਸ਼ਸਤਰ ਸਜਾਏ ਨੇ, ਇਹਦੀ ਕੀ ਮਹਾਨਤਾ ਹੈ, ਰੁਮਾਲਾ ਕਿਹੜੇ ਤਰੀਕੇ ਨਾਲ ਲਾਉਣਾ ਚਾਹੀਦਾ, ਰੁਮਾਲੇ ਬਾਰੇ ਪਤਾ ਨਹੀਂ, ਉਹਨੂੰ ਪ੍ਰਧਾਨ ਟੰਗ ਦਿਓ। ਸਾਡੇ ਤੇ ਕੁਝ ਹਾਲਾਤ ਐਸੇ ਹੋ ਗਏ, ਅਤੇ ਜਿਨ੍ਹਾਂ ਨੂੰ ਗੁਰੂ ਕੀ ਸੇਵਾ ਬਾਰੇ ਪਤਾ ਨਹੀਂ, ਉਹਨੇ ਗੁਰੂ ਘਰ ਨੂੰ ਕਿਸ ਤਰੀਕੇ ਨਾਲ ਸਾਂਭਣਾ। ਹਰੇਕ ਥਾਵਾਂ 'ਤੇ ਐਸਾ ਸੰਗਤ ਜੀ ਜਿਹੜਾ ਰੌਲਾ ਪੈ ਰਿਹਾ ਹੈ। ਇਸ ਕਰਕੇ ਅਸਲ ਦੇ ਵਿੱਚ ਨਗਰਾਂ ਦੇ ਵਿੱਚ ਵੀ ਆਪਾਂ ਉਹਨੂੰ ਪ੍ਰਧਾਨ ਬਣਾਉਂਦੇ ਜਿਹੜਾ ਕੁਝ ਸਿਆਣਾ ਹੋਵੇ, ਪਤਾ ਹੋਵੇ ਉਹਨੂੰ ਕਾਰਜ ਦਾ। ਹੁਣ ਸਰਪੰਚੀ ਦੀ ਚੋਣ ਹੋਈ ਹੈ, ਉਹਨੂੰ ਹੀ ਆਪਾਂ ਚੁਣਿਆ ਹੈ ਜਿਹੜਾ ਲੋਕਾਂ ਦੇ ਕੰਮ ਕਰਾਉਣੇ ਜਾਣਦਾ ਹੈ। ਜਿਹਨੂੰ ਪਤਾ ਕੁਝ ਨਹੀਂ ਉਹਨੂੰ ਆਪਾਂ ਕਿੱਦਾਂ ਬਣਾ ਦਾਂਗੇ ਸਰਪੰਚ। ਇਸੇ ਤਰ੍ਹਾਂ ਹੀ ਗੁਰੂ ਘਰ ਦੇ ਪ੍ਰਬੰਧ ਨੂੰ ਉਹੀ ਚਲਾ ਸਕਦਾ ਜਿਹੜੇ ਗੁਰੂ ਘਰ ਦੇ ਨਿਯਮਾਂ ਨੂੰ ਜਿਹਨੇ ਪੜ੍ਹਿਆ ਹੈ ਕੁਝ। ਜਿਹੜਾ ਜਾਣਦਾ ਹੀ ਕੁਝ ਨਹੀਂ ਉਹ ਨਹੀਂ ਚਲਾ ਸਕਦਾ। ਉਹਨੂੰ ਨਹੀਂ ਫਿਰ ਇਹਦੇ ਗੁਰੂ ਕੀ ਖੁਸ਼ੀ ਉਹ ਲੈਣ ਬਾਰੇ ਸੋਚੇਗਾ ਵੀ ਕਿਤੇ। ਇਸ ਕਰਕੇ ਇਹ ਜਿਹੜੇ ਨਿਯਮ ਹੋਣੇ ਚਾਹੀਦੇ ਸੀ। ਹੁਣ 6 ਪੌੜੀਆਂ ਜਿਹੜੀ ਆਨੰਦ ਸਾਹਿਬ ਦੀ ਬਾਣੀ ਉਹ ਕਦੋਂ ਪੜ੍ਹੀ ਜਾਣੀ, ਇਹ ਹੁਣ ਪਤਾ ਚੱਲਿਆ ਸਾਨੂੰ। ਇਹ ਨਹੀਂ ਕਿ ਇੱਥੇ ਹੁਣ ਗੱਲ ਨੂੰ ਆਪਾਂ ਠੱਪ ਕਰ ਦੇਣਾ, ਅੱਗੇ ਜਾ ਕੇ ਕਿਤੇ ਦੱਸਣ ਦਾ ਵੀ ਯਤਨ ਕਰਨਾ। ਸਿੱਖ ਹਰੇਕ ਹੀ ਪ੍ਰਚਾਰਕ ਹੈ। ਜਦੋਂ ਵੀ ਫਿਰ ਪੁਰਾਣੇ ਇਤਿਹਾਸ ਨੂੰ ਪੜ੍ਹਦੇ ਹਾਂ, ਸਿੱਖ ਗੁਰੂ ਦੇ ਕੋਲ ਆਉਂਦੇ ਸਨ ਅਤੇ ਆਣ ਕੇ ਗੁਰੂ ਕੇ ਬਚਨ ਸੁਣ ਕੇ ਫਿਰ ਘਰ ਜਾਂਦੇ, ਅਤੇ ਮਹਾਰਾਜ ਇਹ ਵੀ ਦੱਸਦੇ ਕਿ ਘਰ ਜਾ ਕੇ ਹੋਰਨਾਂ ਨੂੰ ਵੀ ਪ੍ਰੇਰਨਾ ਦੇਣੀ, ਅਤੇ ਆਪਣਾ ਫਰਜ਼ ਬਣਦਾ ਸੀ ਫਿਰ ਇਹ ਆਪਣੇ ਅੱਗੇ ਬੱਚਿਆਂ ਨੂੰ, ਪੋਤਰਿਆਂ ਨੂੰ, ਪੜਪੋਤੜਿਆਂ ਨੂੰ ਇਹ ਗੱਲਾਂ ਦੱਸਣੀਆਂ ਕਿ ਆਹ ਗੁਰੂ ਘਰ ਦੇ ਜਿਹੜੇ ਨਿਯਮ ਹੁੰਦੇ ਨੇ। ਜੇ ਘਰ ਦੇ ਵਿੱਚ ਤੁਸੀਂ ਅਖੰਡ ਪਾਠ ਸਾਹਿਬ ਕਰਵਾਇਆ ਤਾਂ ਇਹ ਨਿਯਮਾਂ ਨੂੰ ਜ਼ਰੂਰ ਧਾਰਨ ਕਰਿਓ। ਇਹ ਅਸੀਂ ਦੱਸਣਾ ਸੀ, ਕਿਸੇ ਹੋਰ ਨੇ ਨਹੀਂ। ਸਿੱਖ ਹਰੇਕ ਹੀ ਪ੍ਰਚਾਰਕ ਹੁੰਦਾ ਹੈ ਜੇ ਗੁਰੂ ਕੇ ਦੱਸੇ ਰਸਤੇ 'ਤੇ ਚੱਲੇ। ਸਾਡਾ ਇਹ ਫਰਜ਼ ਬਣਦਾ ਸੀ ਇਹ ਚੀਜ਼ਾਂ ਨੂੰ ਪ੍ਰਚਾਰਨਾ। ਚਲੋ ਕਿਤੇ ਨਾ ਕਿਤੇ ਸੰਗਤ ਜੀ ਇਹ ਘਾਟਾਂ ਰਹਿ ਗਈਆਂ। ਇਹ ਜਿਹੜੇ ਕੁਝ ਨਿਯਮ ਨੇ ਇਹ ਇੰਟਰਨੈਟ 'ਤੇ ਵੀ ਸਾਨੂੰ ਲੱਭਦੇ ਨਹੀਂ। ਕਿਉਂ ਨਹੀਂ ਲੱਭਦੇ? ਸਾਡਾ ਕਿਤੇ ਹੋਰ ਹੀ ਜ਼ੋਰ ਲੱਗਾ ਹੋਇਆ। ਇਹਨੂੰ ਇੱਦਾਂ ਕਰ ਦਿਓ, ਇਹਨੂੰ ਇੱਦਾਂ ਕਰ ਦਿਓ। ਗੁਰੂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਵਿਸਾਰ ਹੀ ਦਿੱਤਾ ਹੈ। ਇਹ ਗੁਰਬਾਣੀ ਦੀ ਜਿਹੜੀ ਆਪਾਂ ਵਿਚਾਰ ਸਮਝ ਰਹੇ, ਪੜ੍ਹ ਰਹੇ ਹਾਂ, ਸਾਡਾ ਇਹ ਫਰਜ਼ ਬਣਦਾ ਸੀ ਇਹਦਾ ਅਖੰਡ ਪਾਠ ਸਾਹਿਬ ਘਰ ਦੇ ਵਿੱਚ ਕਰਾਉਣਾ। ਅਤੇ ਕੀ ਨਿਯਮ ਨੇ? ਕਿਸੇ ਨੇ ਸਾਡੇ ਘਰ ਦੇ ਵਿੱਚ MLA ਨੇ, ਕਿਸੇ ਹੋਰ ਨੇ ਆਉਣਾ ਹੈ, ਅਸੀਂ ਵਾਰ-ਵਾਰ ਪੁੱਛਦੇ ਹਾਂ ਕਿ ਕੀ ਛਕਣਗੇ, ਕੀ ਕੁਝ ਉਹਦੇ ਵਾਸਤੇ ਤਿਆਰੀ ਕਰੀਏ। ਪਹਿਲਾਂ ਪੁੱਛਦੇ ਆਪਾਂ ਉਹਨਾਂ ਦੇ PA ਨੂੰ ਫੋਨ ਲਾ ਕੇ। ਜਦੋਂ ਗੁਰੂ ਨੂੰ ਘਰ ਦੇ ਵਿੱਚ ਲੈ ਕੇ ਆਉਣਾ, ਅਖੰਡ ਪਾਠ ਸਾਹਿਬ ਕਰਵਾਉਣਾ, ਅਸੀਂ ਕੁਝ ਪੜ੍ਹਨ ਦਾ ਯਤਨ ਨਹੀਂ ਕਰਦੇ, ਕੁਝ ਸਿੱਖਣ ਦਾ ਯਤਨ ਨਹੀਂ ਕਰਦੇ, ਅਤੇ ਤਾਂ ਫਿਰ ਸਾਡੇ ਭਾਂਡੇ ਵੀ ਖਾਲੀ ਨੇ। ਕਿਹੜੇ ਆਪਾਂ ਭਰੇ ਹੋਏ, ਖਾਲੀ ਭਾਂਡੇ ਸਾਡੇ ਖੜਕ ਰਹੇ, ਤਾਂ ਹੀ ਤਰਲਿਆਂ 'ਤੇ ਆਏ ਆਣਾ। ਇਹ ਤੇ ਹੋ ਗਈ ਅਖੰਡ ਪਾਠ ਸਾਹਿਬ ਦੀ ਮਰਿਆਦਾ। ਹੁਣ ਸਹਿਜ ਪਾਠ ਕਿੱਦਾਂ ਕੀਤਾ ਜਾਂਦਾ ਹੈ? ਸਹਿਜ ਪਾਠ ਦੀ ਆਰੰਭਤਾ ਆਪਾਂ ਕਰਵਾਉਣੀ ਹੈ, ਅਤੇ ਫਿਰ ਉਹਦਾ ਵੀ ਸਾਨੂੰ ਨਿਯਮ ਜਿਹੜਾ ਹੈ ਉਹ ਧਾਰਨ ਕਰਨਾ ਪਵੇਗਾ। ਸਹਿਜ ਪਾਠ ਹੁਣ ਆਰੰਭ ਕਰਵਾਉਣਾ ਹੈ। ਗੁਰੂ ਅੱਗੇ ਤਰਲਾ ਕੀਤਾ, ਉਦੋਂ ਵੀ ਸੰਪੂਰਨ ਪਾਠ ਆਨੰਦ ਸਾਹਿਬ ਦਾ ਜੋ 40 ਪੌੜੀਆਂ ਦੇਗ ਦੇ ਕੋਲ ਹੋਣਾ, ਪਹਿਲਾਂ ਹੀ ਦੇਗ ਗੁਰੂ ਕੀ ਹਜ਼ੂਰੀ ਅੰਦਰ ਹਾਜ਼ਰ ਹੋਵੇ। ਹੁਣ ਇਹ ਵੀ ਸੰਗਤ ਜੀ ਗੱਲ ਕਿਤੇ ਕੀ ਕੀਤਾ ਜਾਂਦਾ ਹੈ, ਜਦੋਂ ਕਿਸੇ ਦੇ ਘਰ ਜਾਈਏ
ਆਨੰਦ ਸਾਹਿਬ ਦਾ ਪਾਠ ਪਹਿਲਾਂ ਹੀ ਕਰ ਦਿੰਦੇ, ਮਹਾਰਾਜ ਜੀ ਦੀ ਹਜ਼ੂਰੀ ਤੋਂ ਪਹਿਲਾਂ ਹੀ। ਅਜੇ ਮਹਾਰਾਜ ਉੱਥੇ ਪਹੁੰਚੇ ਨਹੀਂ ਹੁੰਦੇ, ਪਹਿਲਾਂ ਹੀ ਉਹ ਖਿੱਚ ਦਿੰਦੇ ਕੰਮ ਕਿ ਨਿਬੇੜ ਦਿਓ। ਜਿੱਦਾਂ ਅਲਾਣੀਆਂ ਦਾ ਪਾਠ ਕਰਦੇ ਕਿਸੇ ਦੇ ਮਰਕ ਤੋਂ ਬਾਅਦ, ਸੰਸਕਾਰ ਤੋਂ ਬਾਅਦ, ਉਹ ਅਜੇ ਸੰਗਤ ਗੁਰੂ ਕੀ ਹਜ਼ੂਰੀ ਅੰਦਰ ਪਹੁੰਚੀ ਨਹੀਂ ਹੁੰਦੀ ਅਤੇ ਉਹ ਪਾਠੀਆਂ ਨੇ ਬਸ ਪੜ੍ਹ ਕੇ ਅਲਾਣੀਆਂ ਦਾ ਜਾਪ ਅਤੇ ਆਨੰਦ ਸਾਹਿਬ ਸ਼ੁਰੂ ਕੀਤਾ ਹੁੰਦਾ ਹੈ। ਉਹ ਅਲਾਣੀਆਂ ਦੀ ਬਾਣੀ ਕਿਹਨੂੰ ਸੁਣਾਉਣ, ਆਪ ਨਹੀਂ ਸੀ ਸੁਣਨੀ ਪਾਠੀ ਨੇ। ਜਿਹੜੀ ਸੰਗਤ ਸੰਸਕਾਰ ਕਰਕੇ ਮੁੜੀ ਹੈ ਉਹਨੂੰ ਸੁਣਾਉਣੀ ਸੀ। ਆਪਾਂ ਆਪ ਹੀ ਗਾ ਕੇ ਆਪ ਹੀ ਸੁਣ ਲਈ ਅਤੇ ਆਨੰਦ ਸਾਹਿਬ ਦਾ ਪਾਠ ਉਹਨਾਂ ਨੂੰ ਸੁਣਾ ਦਿੱਤਾ। ਬਾਕੀ ਹੋਰ ਵੀ ਹੈ, ਬੈਠਣ ਵਾਲੇ ਵੀ ਹੁਣ ਉਹੋ ਜਿਹੇ ਰਹੇ ਨਹੀਂ। ਹੁਣ ਜਦੋਂ ਸਹਿਜ ਪਾਠ ਕਰਵਾਉਣਾ ਹੈ ਉਦੋਂ ਕੀ ਨਿਯਮ ਨੇ। ਦੇਗ ਹਜ਼ੂਰੀ ਅੰਦਰ ਆ ਗਈ, ਆਨੰਦ ਸਾਹਿਬ ਦਾ ਸੰਪੂਰਨ ਪਾਠ ਹੋ ਗਿਆ, ਭਾਵੇਂ ਉੱਚੀ ਕਰ ਦਿਓ ਭਾਵੇਂ ਗੁਪਤ ਕਰ ਦਿਓ। ਗੁਰੂ ਕੇ ਚਰਨਾਂ ਪਾਸ ਅਰਦਾਸ ਬੇਨਤੀ ਕੀਤੀ, ਸਹਿਜ ਪਾਠ ਜਿਹੜਾ ਸਹਿਜ ਸਹਿਜ ਕੀਤਾ ਜਾਵੇ। ਹੁਣ ਅਰਦਾਸ ਬੇਨਤੀ ਗੁਰੂ ਕੇ ਚਰਨਾਂ ਪਾਸ ਕੀਤੀ, ਉਸ ਸਮੇਂ ਫਿਰ ਮੁੱਖ ਵਾਕ ਲੈ ਕੇ ਫਿਰ ਫਤਿਹ ਬੁਲਾਈ ਜਾਂਦੀ ਹੈ, ਕਿਉਂਕਿ ਉਹਦਾ ਨਿਯਮ ਕੁਝ ਅਖੰਡ ਪਾਠ ਸਾਹਿਬ ਦਾ ਵੱਖਰਾ, ਉੱਥੇ ਅਖੰਡ ਸ਼ਬਦ ਵਰਤੇ ਹੈ ਜਿਹੜਾ ਕਿਸੇ ਤਰ੍ਹਾਂ ਵੀ ਖੰਡਨ ਨਾ ਕੀਤਾ ਜਾਵੇ। ਇੱਥੇ ਸਹਿਜ ਪਾਠ ਹੈ, ਇੱਥੇ ਮੁੱਖ ਵਾਕ ਲੈ ਕੇ ਫਿਰ ਫਤਿਹ ਬੁਲਾਈ ਜਾਂਦੀ, ਫਿਰ ਜਪਜੀ ਸਾਹਿਬ ਆਰੰਭ ਕੀਤਾ ਜਾਂਦਾ ਹੈ। ਭਾਵੇਂ 5 ਪੌੜੀਆਂ ਪੜ੍ਹ ਲਓ, ਭਾਵੇਂ ਸੰਪੂਰਨ ਜਪਜੀ ਸਾਹਿਬ ਦਾ ਪਾਠ ਕਰੋ ਅਤੇ ਦੇਗ ਵਰਤਾ ਦਿਓ। ਜਿਹੜੀ ਅਖੰਡ ਪਾਠ ਸਾਹਿਬ ਦੀ ਵਿੱਚ ਪਹਿਲਾਂ ਆਪਾਂ ਮਰਿਆਦਾ ਸੁਣੀ, ਉਸ ਸਮੇਂ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਆਰੰਭਤਾ ਅਤੇ ਦੇਗ ਵਰਤਾਉਣੀ ਚਾਹੀਦੀ। ਕੁਝ ਸਮਾਂ ਸੰਗਤ ਬਹਿ ਕੇ ਬਾਣੀ 'ਤੇ ਸੁਣੇ, ਸਾਨੂੰ ਉਦੋਂ ਵੀ ਦੌੜਨ ਦੀ ਪਈ ਹੁੰਦੀ ਹੈ। ਫਿਰ ਅੱਗੇ ਹੁਣ ਸਹਿਜ ਪਾਠ ਦੀ ਜਦੋਂ ਆਰੰਭਤਾ ਕਰ ਲਈ, 5 ਪੌੜੀਆਂ ਪੜ੍ਹ ਲਈਆਂ ਜਾਂ ਸੰਪੂਰਨ ਪਾਠ ਕਰ ਲਿਆ, ਦੇਗ ਵਰਤਾ ਲਈ। ਮੱਧ ਵਿੱਚ ਜਦੋਂ ਸੰਗਤ ਦੀ ਫਿਰ ਗੁਰਬਾਣੀ ਆਉਂਦੀ ਹੈ, ਫਿਰ 705 'ਤੇ ਆਦਿ ਪੂਰਨ ਮੱਧ ਪੂਰਨ। ਵੱਡੇ ਮਹਾਂਪੁਰਖ ਦੱਸਿਆ ਕਰਦੇ ਸੀ, ਭਾਵੇਂ ਸੰਥਿਆ ਚੱਲਦੀ ਹੋਵੇ, ਭਾਵੇਂ ਸਹਿਜ ਪਾਠ ਹੈ, ਅਖੰਡ ਸੰਪਟ ਹੈ, ਅਖੰਡ ਪਾਠ ਹੈ, ਕਥਾ ਹੈ, ਕਥਾ ਚੱਲਦੀ ਹੋਵੇ ਲੜੀਵਾਰ ਗੁਰਬਾਣੀ ਦੀ, ਜਦੋਂ 705 ਅੰਗ ਤੇ ਜੈਸਰੀ ਵਾਰ ਦੀ ਆਰੰਭਤਾ ਹੋਵੇ, ਉਸ ਸਮੇਂ ਅਰਦਾਸ ਹੋਣੀ ਜ਼ਰੂਰੀ ਹੈ। ਮੱਧ ਅਰਦਾਸ ਵੀ ਉਸ ਸਮੇਂ ਹੋਵੇ। ਫਿਰ ਸੰਪੂਰਨ ਜਦੋਂ ਸਹਿਜ ਪਾਠ ਹੁੰਦਾ ਹੈ ਅਤੇ ਹੌਲੀ ਹੌਲੀ ਜੇ ਕਿਸੇ ਦੇ ਘਰ ਦੇ ਵਿੱਚ ਸਹਿਜ ਪਾਠ ਦੀ ਆਰੰਭਤਾ ਹੋਈ, ਮਹਾਰਾਜ ਜੀ ਦੇ ਸਰੂਪ ਗਏ ਅਤੇ ਸਵੇਰੇ ਵੀ ਅੰਮ੍ਰਿਤ ਵੇਲੇ 5 ਬਾਣੀਆਂ ਦੇ ਜਾਪ, ਸ਼ਾਮ ਦੇ ਸਮੇਂ ਵੀ ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦੀ ਬਾਣੀ, ਅਤੇ ਫਿਰ ਮਹਾਰਾਜ ਜੀ ਦੇ ਸੁੱਖ ਆਸਣ ਬਸਤਰ ਲਾਉਣ ਦੇ ਸਮੇਂ ਕੀਰਤਨ ਸੋਹਿਲਾ ਅਤੇ ਰੱਖਿਆ ਦੇ ਸ਼ਬਦ ਇਹ ਪੜ੍ਹੇ ਜਾਣੇ ਚਾਹੀਦੇ। ਇਹ ਨਿਯਮ ਜਿਹੜਾ ਉਹ ਪੂਰਾ ਕਰਨਾ ਚਾਹੀਦਾ ਹੈ। ਪਰ ਦੇਖਣ ਦੇ ਵਿੱਚ ਇਹ ਗੱਲਾਂ ਨਹੀਂ ਆ ਰਹੀਆਂ, ਅਲੋਪ ਹੁੰਦੀਆਂ ਜਾ ਰਹੀਆਂ ਨੇ ਕਿ ਨਿਤਨੇਮ ਸਹਿਜ ਪਾਠ, ਜਦੋਂ ਸਹਿਜ ਪਾਠ ਕਿਸੇ ਦੇ ਘਰ ਚੱਲਦਾ ਹੋਵੇ ਅਤੇ ਨਿਤਨੇਮ ਉਹਦੀ ਸੰਗਤ ਦੀ ਸਮਾਪਤੀ ਕਰ ਦਿੰਦੇ ਨੇ, ਪੜ੍ਹਦੇ ਹੀ ਨਹੀਂ। ਅਖੰਡ ਪਾਠ ਸਾਹਿਬ ਚੱਲਦਾ, ਆਖਦੇ ਕੀ ਲੋੜ ਹੈ ਬਾਣੀ ਪੜ੍ਹਨ ਦੀ, ਜਦੋਂ ਮਹਾਰਾਜ ਬਾਣੀ ਪੜ੍ਹ ਕੇ ਸਾਨੂੰ ਸੁਣਾ ਰਹੇ ਨੇ, ਗੁਰਬਾਣੀ ਚੱਲ ਰਹੀ ਹੈ। ਆਖੇ ਜੀ ਗੁਰਬਾਣੀ ਜੇ ਹੋਰ ਪੜ੍ਹਾਂਗੇ ਤਾਂ ਇਹ ਨਰਾਦਰ ਹੋ ਜਾਂਦਾ ਹੈ। ਗੁਰੂ ਮਹਾਰਾਜ ਇੱਕ ਦੇ ਨਾਲ ਗੱਲ ਕਰਨਗੇ ਜਾਂ ਹੋਰ ਦੇ ਨਾਲ, ਇੱਦਾਂ ਤਾਂ ਫਿਰ ਸੰਗਤ ਦੀ ਆਪਾਂ ਬੜਾ ਕੁਝ ਖੰਡਨ ਕਰ ਦਿਆਂਗੇ। ਹੁਣ ਇੱਥੇ ਆਣ ਕੇ ਕਿਸੇ ਵੇਲੇ 10-10 ਬੰਦੇ ਇਕੱਠੀ ਅਰਦਾਸ ਕਰਦੇ, ਫਿਰ ਉਹਦੇ ਵਿੱਚ ਨਹੀਂ ਖਿਚੜੀ ਪੱਕਦੀ। ਫਿਰ ਤਾਂ ਲਾਈਨ ਦੇ ਵਿੱਚ ਇਕੱਲੇ ਇਕੱਲੇ ਨੂੰ ਅਰਦਾਸ ਕਰਨੀ ਚਾਹੀਦੀ ਹੈ। ਹੁਣ 10 ਜਾਣੇ ਹਰਿਮੰਦਰ ਸਾਹਿਬ ਚਲੇ ਗਏ, ਲੱਖਾਂ ਦੀ ਗਿਣਤੀ ਵਿੱਚ 100-100 ਬੰਦਾ ਇਕੱਠੀ ਅਰਦਾਸ ਕਰਦਾ ਗੁਰੂ ਕੇ ਚਰਨਾਂ ਵਿੱਚ ਹੱਥ ਜੋੜ ਕੇ, ਫਿਰ ਉਦੋਂ ਤਾਂ ਇੱਕ ਦੀ ਸੁਣੀ ਜਾਂਦੀ ਹੋਵੇਗੀ ਨਾ। ਜਿਹੜਾ ਗੁਰੂ ਕਾ ਨਿਯਮ ਹੈ ਨਿਤਨੇਮ ਦਾ, ਉਹਨੂੰ ਪੂਰੀਆਂ ਕਰਨਾ ਚਾਹੀਦਾ ਹੈ ਸਹਿਜ ਪਾਠ ਦੇ ਵਿੱਚ, ਅਖੰਡ ਪਾਠ ਸਾਹਿਬ ਦੇ ਵਿੱਚ। ਚਲੋ ਇੱਥੇ ਤੇ ਸਤਿਗੁਰਾਂ ਜੀ ਦੀ ਕਿਰਪਾ ਥੋੜ੍ਹੀ ਜੀ ਕਿ ਨਿਯਮ ਮਹਾਰਾਜ ਆਪ ਹੀ ਨਿਭਾਈ ਜਾ ਰਹੇ ਨੇ, ਨਹੀਂ ਤਾਂ ਬਹੁਤੀਆਂ ਥਾਵਾਂ 'ਤੇ ਇਹ ਚੀਜ਼ਾਂ ਸੰਗਤ ਜੀ ਅਲੋਪ ਹੋ ਗਈਆਂ। ਹੁਣ ਜਦੋਂ ਸਹਿਜ ਪਾਠ ਦੀ ਸੰਪੂਰਨਤਾ ਹੋਈ, ਵਾਰਾਂ ਦੇ ਵਧੀਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ, ਅਤੇ ਉਸ ਸਮੇਂ ਉਹਦਾ ਜਾਪ ਕਰਕੇ ਅਤੇ ਦੇਗ ਦੀ ਤਿਆਰੀ ਪਹਿਲਾਂ ਹੋ ਜਾਵੇ, ਲਿਆ ਕੇ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਦੇਗ ਰੱਖੀ ਜਾਵੇ, ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕੀਤਾ ਜਾਵੇ। ਫਿਰ ਪਾਠੀ ਸਿੰਘ ਭਾਵੇਂ ਉਦੋਂ ਇਕੱਲਾ ਬਹਿ ਜਾਵੇ, ਭਾਵੇਂ 2 ਜਾਣੇ ਬਹਿ ਜਾਣ, ਪ੍ਰੇਮ ਦੇ ਨਾਲ ਗੁਰਬਾਣੀ ਦਾ ਜਾਪ ਕਰਵਾ ਦੇਣ।
ਇਹ ਵੀ ਹੈ ਸੰਗਤ ਜੀ, ਜੇ ਆਵਾਜ਼ ਕੁਝ ਇੱਕੋ ਜਿਹੀ ਰਲਦੀ ਹੈ ਫਿਰ ਤਾਂ ਦੋ ਪਾਠੀ ਵੀ ਪੜ੍ਹ ਸਕਦੇ ਨੇ। ਜੇ ਇੱਕ ਸੰਗਤ ਜੀ ਬਹੁਤਾ ਤਾਂ ਠਾਂ ਜਾਂਦਾ ਹੈ ਜਾਂ ਕਹਿ ਲਓ ਆਵਾਜ਼ ਨਹੀਂ ਰਲਦੀ, ਉਹ ਰਸ ਨੂੰ ਭੰਗ ਕਰਨ ਤੋਂ ਪਹਿਲਾਂ ਫਿਰ ਇੱਕ ਹੀ ਪੜ੍ਹ ਦੇਵੇ ਟਿਕਾ ਕੇ ਬਾਣੀ ਨੂੰ, ਤੇ ਉਹੀ ਠੀਕ ਹੈ। ਵੈਸੇ ਅਖੰਡ ਪਾਠ ਸਾਹਿਬ ਤੇ ਦੋ ਪਾਠ ਹੀ ਪੜ੍ਹਨੇ ਜ਼ਰੂਰੀ ਨੇ, ਚਾਹੀਦੇ ਨੇ। ਹੁਣ ਜਦੋਂ ਸਹਿਜ ਪਾਠ ਦੀ ਸੰਗਤ ਜੀ ਸੰਪੂਰਨਤਾ ਹੋਈ, ਸ਼ਲੋਕ ਮਹੱਲੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਪੜ੍ਹਨੇ ਨੇ। ਪਾਠੀ ਸਿੰਘ ਬਹਿ ਕੇ ਫਿਰ ਦੇਗ ਪਹਿਲਾਂ ਹਾਜ਼ਰ ਹੋ ਜਾਵੇ, ਆਨੰਦ ਸਾਹਿਬ ਦਾ ਪਾਠ ਸੰਪੂਰਨ 40 ਪੌੜੀਆਂ ਹੋਵੇ, ਤੇ ਫਿਰ ਗੁਰੂ ਅੱਗੇ ਬੇਨਤੀ ਕੀਤੀ ਜਾਵੇ। ਉਸ ਸਮੇਂ ਜਦੋਂ ਦੇਗ ਆ ਗਈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਵੈਰਾਗਮਈ ਬਾਣੀ ਪੜ੍ਹ ਲਈ, ਅੱਗੇ ਰਾਗਮਾਲਾ ਪੜ੍ਹ ਲਈ। ਰਾਗਮਾਲਾ ਪੜ੍ਹ ਕੇ ਤੇ ਸਹਿਜ ਪਾਠ ਦੇ ਵਿੱਚ ਫਤਿਹ ਬੁਲਾਈ ਜਾਂਦੀ ਹੈ। ਬਾਅਦ ਦੇ ਵਿੱਚ 5 ਪੌੜੀਆਂ ਜਿਹੜੀਆਂ ਨੇ ਜਪਜੀ ਸਾਹਿਬ ਦੀਆਂ ਕੀਤੀਆਂ ਜਾਂਦੀਆਂ, ਸ਼ਲੋਕ ਪੜ੍ਹਿਆ ਜਾਂਦਾ ਹੈ ਅਤੇ ਅਰਦਾਸ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇ ਕਿਤੇ ਮਰਗ ਦਾ ਸਹਿਜ ਪਾਠ ਹੈ, ਸਹਿਜ ਪਾਠ ਕਰਕੇ ਰਾਗਮਾਲਾ ਪੜ੍ਹ ਕੇ ਫਤਿਹ ਬੁਲਾ ਕੇ ਤੇ ਰਾਮਕਲੀ ਸੱਦ ਪੜ੍ਹਿਆ ਜਾਂਦਾ ਹੈ। ਇਹ ਕੁਝ ਨਿਯਮ ਨੇ ਗੁਰਬਾਣੀ ਪੜ੍ਹਨ ਦੇ, ਨਾ ਅਸੀਂ ਇਹਨਾਂ ਨੂੰ ਸਮਝਿਆ ਤੇ ਨਾ ਪੜ੍ਹਿਆ। ਵਾਂਝੇ ਹੋਣ ਕਰਕੇ ਸਾਡੇ ਭਾਂਡੇ ਜਿਹੜੇ ਖੜਕ ਚੁੱਕੇ ਨੇ, ਨਾ ਸਾਡੇ ਕੋਲ ਸੰਗਤ ਜੀ ਕੁਝ ਨਿਯਮ ਰਹੇ, ਨਾ ਗੁਰੂ ਤੇ ਸ਼ਰਧਾ ਰਹੀ। ਸ਼ਰਧਾ ਵਿਸ਼ਵਾਸ ਤਾਂ ਹੀ ਖਤਮ ਹੋ ਗਏ ਸਾਡੇ ਅੰਦਰੋਂ, ਕਿਉਂਕਿ ਨਿਯਮ ਨਹੀਂ ਪੜ੍ਹੇ। ਇਹ ਜਿਹੜੇ ਕੁਝ ਕਹਿ ਲਓ ਸ਼ਬਦ ਸਨ ਜੋ ਸਾਨੂੰ ਲੱਭਦੇ ਨੇ ਆਪਣੇ ਪੁਰਾਣੇ ਸਰੋਤਾਂ ਦੇ ਵਿੱਚੋਂ, ਜੋ ਰਹਿਤਨਾਮੇ ਨੇ ਉਹਨਾਂ ਦੇ ਵਿੱਚੋਂ ਲੱਭਦੇ ਨੇ। ਕੁਝ ਜਿਹੜੇ ਗੁਰਮੁਖ ਪਿਆਰੇ ਪੁਰਾਣੇ ਸਮੇਂ ਤੋਂ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਸੰਗਤ ਜੀ ਕਹਿ ਲਓ ਕਲਗੀਧਰ ਮਹਾਰਾਜ ਜੀ ਵੱਲੋਂ ਚੱਲੀ ਹੋਈ ਸੰਪਰਦਾ ਦੇ ਵਿੱਚ ਰਹਿ ਕੇ ਵਿਦਿਆ ਨੂੰ ਪ੍ਰਾਪਤ ਕੀਤਾ ਹੈ, ਉਹਦੇ ਵਿੱਚ ਫਿਰ ਇਹ ਪੜ੍ਹੇ ਪੜ੍ਹਾਏ ਜਾਂਦੇ। ਬਾਕੀ ਸਾਨੂੰ ਇਹ ਜਿਹੜੇ ਨਿਯਮ ਨੇ ਜ਼ਰੂਰ ਸੰਗਤ ਜੀ ਧਾਰਨ ਕਰਨੇ ਚਾਹੀਦੇ ਨੇ। ਪ੍ਰਬੰਧਕ ਬਣਨ ਤੋਂ ਪਹਿਲਾਂ ਵੀ, ਹੋਰ ਵੀ ਆਪਣੇ ਘਰ ਦੇ ਵਿੱਚ ਪਾਠ ਕਰਾਉਣ ਤੋਂ ਪਹਿਲਾਂ ਵੀ, ਇਹ ਗੁਰਬਾਣੀ ਨੂੰ ਪੜ੍ਹਨ ਦਾ ਜਿਹੜਾ ਸੰਗਤ ਜੀ ਤਰੀਕਾ ਮਹਾਰਾਜ ਜੀ ਨੇ ਦੱਸਿਆ ਹੈ,